देश कौम दी जिंदड़ीए सेवा बड़ी औखी, हर पासे पैंदियां ने लख मुसीबतां झलणियां। इन्हां मुसीबतां दे विचों निकल के नवां शहर वासियां ने एक NGO चलाई है जिसका नाम अपनी रसोई और गुरु दी रसोई रखा गया है। अज उन्हां दे संस्था दे जिहड़े नुमाइंदे ने ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਉਨੇ ਤੁਹਾਡੀ ਉਹਨਾਂ ਦੇ ਦਿਲ ਦੇ ਵਿੱਚ ਕਿੱਦਾਂ ਮਨਸ਼ਾ ਆਈ ਔਰ ਕੀ ਉਹ ਕਰਨ ਜਾ ਰਹੇ ਨੇ ਅੱਗੇ ਔਰ ਕਿੱਥੇ ਕਿੱਥੇ ਇਹ ਬਜ਼ੁਰਗਾਂ ਨੂੰ ਜਿਹੜੀ ਹੈ ਫੂਡ ਦੀ ਸਪਲਾਈ ਦਿੰਦੇ ਨੇ ਕਿ ਬਜ਼ੁਰਗਾਂ ਦੇ ਨਾਲ ਨਾਲ ਕਿਸੇ ਹੋਰ ਵਿਅਕਤੀਆਂ ਨੂੰ ਵੀ ਇਸ ਦੀ ਜ਼ਰੂਰਤ ਹੈ ਉਹਨਾਂ ਤੱਕ ਵੀ ਇਹ ਪਹੁੰਚਦਾ ਕਰਨਗੇ। ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪਣਾ ਸ਼ੁਭ ਨਾਮ ਤੇ ਸਥਾਨ ਦੱਸਿਓ। ਮੇਰਾ ਸ਼ੁਭ ਨਾਮ ਸੁਰਜੀਤ ਸਿੰਘ ਹੈ ਜੀ, ਤੇ ਆਪਾਂ ਇਸ ਵਕਤ ਨਵਾਂ ਸ਼ਹਿਰ 'ਚ ਨਿਊ ਫਰੈਂਡਸ ਕਲੋਨੀ ਹੈ, ਸਰਦਾਰ ਅਮਰੀਕ ਸਿੰਘ ਜੀ ਦਾ ਘਰ ਹੈ, ਉੱਥੇ ਜੋ ਗੁਰੂ ਕੀ ਰਸੋਈ ਦਾ ਕੰਮ ਚਲਾਇਆ ਹੈ। ਔਰ ਇਹ ਗੁਰੂ ਕੀ ਰਸੋਈ ਦੀ ਜੋ ਸ਼ੁਰੂਆਤ ਸੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਜਿੰਦਰ ਸਿੰਘ ਜੀ ਜੋ ਕਿ ਬਾਹਰ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਦਾ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਚੇਲਾ ਪਿੰਡ ਹੈ, ਅਤੇ ਉੱਥੇ ਉਹਨਾਂ ਨੇ ਅੱਜ ਤੋਂ 4-5 ਸਾਲ ਪਹਿਲਾਂ ਕਈ ਸੇਵਾਵਾਂ ਸ਼ੁਰੂ ਕੀਤੀਆਂ ਸਨ, ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਕਿੱਟਾਂ ਦੇਣੀਆਂ, ਗਰੀਬਾਂ ਨੂੰ ਕੱਪੜਾ ਕੰਬਲ ਹੋਰ ਸੇਵਾਵਾਂ ਦੇਣੀਆਂ। ਔਰ ਹੌਲੀ ਹੌਲੀ ਕਰਦੇ ਗੁਰੂ ਸਾਹਿਬ 'ਤੇ ਉਹਨਾਂ ਦੀ ਬੜੀ ਕਿਰਪਾ ਸੀ, ਉਹਨਾਂ ਨੇ ਉੱਥੇ ਗੁਰੂ ਕੀ ਰਸੋਈ ਚਾਲੂ ਕੀਤੀ ਪਿੰਡ ਦੇ ਵਿੱਚ। ਇਸੇ ਤਰ੍ਹਾਂ ਉੱਥੇ ਵੀ ਮਤਲਬ ਜੋ ਬੇਸਹਾਰਾ ਲੋਕ ਸਨ, ਨਿਆਸਰੇ ਲੋਕ ਸਨ, ਜੋ ਅਪੰਗ ਸਨ, ਜਿਨ੍ਹਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਸੀ, ਉਹਨਾਂ ਨੇ ਸੋਚਿਆ ਕਿ ਇਹਨਾਂ ਲੋਕਾਂ ਨੂੰ ਸਾਨੂੰ ਰੋਟੀ ਦੇਣੀ ਸਾਡਾ ਫਰਜ਼ ਵੀ ਹੈ, ਸਾਡਾ ਧਰਮ ਵੀ ਇਹੀ ਕਹਿੰਦਾ, ਅਤੇ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ। ਉੱਥੇ ਰਸੋਈ ਚੱਲਣ ਤੋਂ ਬਾਅਦ ਕਿਉਂਕਿ ਜਿੱਦਾਂ ਜਿੱਦਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਇਸ ਚੰਗੇ ਕੰਮ ਲਈ ਨੇਕ ਕਾਰਜ ਲਈ ਪੈਸਾ ਲੱਗਦਾ ਹੈ ਤਾਂ ਪੈਸਾ ਆਉਂਦਾ ਵੀ ਬਹੁਤ ਹੈ। ਉਹਨਾਂ ਕਿਹਾ ਮੇਰੀ ਅਜੇ ਤਸੱਲੀ ਨਹੀਂ ਹੈ, ਮੈਂ ਚਾਹੁੰਦਾ ਕਿ ਇਹਨੂੰ ਹੋਰ ਵੱਡੇ ਲੈਵਲ 'ਤੇ ਲੈ ਕੇ ਜਾਓ, ਅਤੇ ਉਹਨਾਂ ਨੇ ਇਹ ਸੇਵਾ ਨਵਾਂ ਸ਼ਹਿਰ ਦੇ ਵਿੱਚ ਸ਼ੁਰੂ ਕੀਤੀ। ਕਿਉਂਕਿ ਇਹ ਉਹਨਾਂ ਦੇ ਸਹਿਯੋਗੀ ਨੇ ਸਰਦਾਰ ਅਮਰੀਕ ਸਿੰਘ ਜੀ, ਇਹਨਾਂ ਦਾ ਘਰ ਇੱਥੇ, ਪਿੰਡ ਇਹਨਾਂ ਦਾ ਵੀ ਉਹੀ ਚੇਲਾ ਹੈ, ਮਗਰ ਇੱਥੇ 4-5 ਸਾਲ ਤੋਂ ਇੱਥੇ ਰਹਿ ਰਹੇ ਨੇ। ਔਰ ਇਹਨਾਂ ਦਾ ਇੱਥੇ ਲੋਕਾਂ ਨਾਲ, ਸੰਗਤਾਂ ਦੇ ਨਾਲ, ਹੋਰਾਂ ਨਾਲ ਬਹੁਤ ਪਿਆਰ ਹੈ। ਔਰ ਉਹਨਾਂ ਨੇ ਇਸ ਕੰਮ ਦੀ ਸਾਰੀ ਸਰਪ੍ਰਸਤੀ ਜੋ ਸਰਦਾਰ ਅਮਰੀਕ ਸਿੰਘ ਜੀ ਨੂੰ ਦਿੱਤੀ ਹੋਈ ਹੈ। ਔਰ ਸਰਦਾਰ ਅਮਰੀਕ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਬਈ ਆਪਾਂ ਇਹ ਗੁਰੂ ਕੀ ਰਸੋਈ ਦਾ ਕੰਮ ਸ਼ੁਰੂ ਕਰਨਾ ਹੈ। ਅਤੇ ਸਾਡੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਬੜੇ ਖੁਸ਼ੀ ਦੇ ਨਾਲ ਇਹ ਸੇਵਾ ਨਾਲ ਹਿੱਸਾ ਲੈਣਾ ਔਰ ਸਾਰੇ ਕੰਮ ਦੇ ਸਹਾਈ ਹੋਣਾ ਔਰ ਸਾਰੇ ਕੰਮਾਂ ਨੂੰ ਰਲ ਮਿਲ ਕੇ ਕਰਨ ਦਾ ਅਸੀਂ ਇੱਕ ਤਹੀਆ ਕੀਤਾ। ਔਰ ਉਹਦੇ ਨਾਲ ਹੀ ਅਸੀਂ 28 ਅਪ੍ਰੈਲ ਨੂੰ ਇਹ ਜੋ ਸੇਵਾ ਸ਼ੁਰੂ ਕੀਤੀ ਹੈ, ਉਸ ਦਿਨ ਮਾਨਯੋਗ ਡਿਸਟ੍ਰਿਕਟ ਸੈਸ਼ਨ ਜੱਜ ਸਰਦਾਰ ਕਮਲਜੀਤ ਸਿੰਘ ਜੀ ਬਾਜਵਾ, ਉਹਨਾਂ ਨੇ ਖੁਦ ਆ ਕੇ ਕਿਹਾ ਕਿ ਮੈਂ ਇਹ ਸੇਵਾ ਦੇਖਣੀ ਚਾਹੁੰਦਾ ਹਾਂ, ਔਰ ਅਸੀਂ ਉਹਨਾਂ ਤੋਂ ਹੀ ਇਸ ਸੇਵਾ ਦਾ ਉਦਘਾਟਨ ਕਰਾਇਆ। ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਤਕਰੀਬਨ 20-22 ਦਿਨ ਹੋ ਗਏ ਨੇ, ਬੜੀ ਨਿਸ਼ਕਾਮ ਸੇਵਾ ਚੱਲ ਰਹੀ ਹੈ। ਡੇਲੀ ਹੀ ਅਸੀਂ ਲੋੜਵੰਦ ਪਰਿਵਾਰਾਂ ਨੂੰ, ਲੋੜਵੰਦ ਬਜ਼ੁਰਗਾਂ ਨੂੰ, ਔਰ ਇਸ ਦੇ ਨਾਲ ਨਾਲ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਕੋਵਿਡ ਦੇ ਪੇਸ਼ੈਂਟ ਨੇ ਉਹਨਾਂ ਨੂੰ ਵੀ ਇਹ ਸੇਵਾ ਪ੍ਰੋਵਾਈਡ ਕਰਾ ਰਹੇ ਹਾਂ। ਜਿਤਨੇ ਵੀ ਕੋਵਿਡ ਪੇਸ਼ੈਂਟ ਨੇ ਜਿਹੜੇ ਨਹੀਂ ਜਿੰਨਾ ਪ੍ਰਬੰਧ ਹੋ ਸਕਦਾ ਖਾਣੇ ਦਾ, ਰੋਟੀ ਦਾ, ਉਹ ਸਾਰਾ ਸਵੇਰ ਵੇਲੇ ਅਸੀਂ ਇੱਥੋਂ ਭੇਜੀ ਦਾ 2 ਟਾਈਮ ਦਾ ਖਾਣਾ ਟਿਫਨ ਦੇ ਵਿੱਚ ਪੈਕ ਕਰਕੇ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਿਹੜੇ ਬਾਹਰ ਨੇ। ਔਰ ਹਸਪਤਾਲ ਦੇ ਵਿੱਚ ਜੋ ਹੈ ਡਿਸਪੋਜ਼ਲ ਦੇ ਵਿੱਚ ਭੇਜਿਆ ਜਾਂਦਾ ਹੈ, ਕਿਉਂਕਿ ਡਿਸਪੋਜ਼ੇਬਲ ਦੇ ਵਿੱਚ ਜੋ ਕੋਵਿਡ ਪੇਸ਼ੈਂਟ ਅਸੀਂ ਨਹੀਂ ਚਾਹੁੰਦੇ ਕਿ ਟਿਫਨ ਪ੍ਰੋਵਾਈਡ ਕੀਤੇ ਜਾਣ। ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਔਰ ਹੈਲਥ ਪੁਆਇੰਟ ਆਫ ਵਿਊ ਨਾਲ ਹੀ ਉਹਨਾਂ ਦਾ ਖਾਣਾ ਸਾਰਾ ਪੈਕ ਹੋ ਰਿਹਾ, ਪੈਕ ਹੋ ਕੇ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਿਸ ਦਿਨ ਤੁਸੀਂ ਨਵਾਂ ਸ਼ਹਿਰ ਦੇ ਵਿੱਚ ਰਸੋਈ ਦਾ ਆਰੰਭ ਕੀਤਾ, ਉਸ ਵੇਲੇ ਕਿੰਨੇ ਪ੍ਰਾਣੀਆਂ ਨੂੰ ਤੁਸੀਂ ਫੂਡ ਸਪਲਾਈ ਕੀਤਾ ਅਤੇ 22 ਦਿਨ ਹੋ ਗਏ, ਹੁਣ ਕਿੰਨੇ ਚੱਲ ਰਹੇ ਨੇ? ਤਕਰੀਬਨ ਸਟਾਰਟਿੰਗ ਸਾਡੀ 22 ਪ੍ਰਾਣੀਆਂ ਤੋਂ ਹੋਈ ਸੀ। ਉਸ ਤੋਂ ਹਫ਼ਤਾ ਦੇ ਬਾਅਦ ਹੀ ਸਾਨੂੰ ਮੈਸੇਜ ਆਇਆ ਕਿ ਕੋਵਿਡ ਜਿਹੜੇ ਪੇਸ਼ੈਂਟ ਹੈਗੇ ਨੇ, ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਾਡੇ ਮਨ 'ਚ ਵੀ ਆਇਆ ਕਿ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰੀਏ, ਅਤੇ ਤਕਰੀਬਨ ਉਹਨਾਂ ਦੇ 15 ਕੇਸ ਹਫ਼ਤਾ ਬਾਅਦ ਸਟਾਰਟ ਹੋ ਗਏ। ਔਰ ਕਰਦੇ ਕਰਦੇ ਅੱਜ ਸਾਡੇ ਕੋਲ ਤਕਰੀਬਨ 45 ਤੋਂ ਲੈ ਕੇ 50 ਤੱਕ ਜਿਹੜੇ ਨੇ ਟਿਫਨ ਜਾ ਰਹੇ ਨੇ ਬਾਹਰ, ਔਰ 20 ਤੋਂ ਲੈ ਕੇ 25 ਤੱਕ ਜੋ ਹੈ ਸਿਵਲ ਹੌਸਪੀਟਲ ਖਾਣਾ ਜਾ ਰਿਹਾ। ਔਰ ਇਸ ਦੇ ਨਾਲ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ ਕਿ ਗੁਰੂ ਕੀ ਰਸੋਈ ਜੋ ਪਿੰਡ ਚੇਲਾ ਵਿਖੇ ਚੱਲ ਰਹੀ ਸੀ, ਅਸੀਂ ਸੋਚ ਰਿਹਾ, ਇਹਨਾਂ ਨੂੰ ਵੀ ਸੋਚਿਆ, ਸਾਰਿਆਂ ਨੇ ਸੋਚਿਆ ਕਿ ਆਪਾਂ ਨੂੰ ਸੈਂਟਰਲਾਈਜ਼ ਕੀਤਾ ਜਾਵੇ। ਔਰ ਸੈਂਟਰਲਾਈਜ਼ ਕਰਕੇ ਆਉਣ ਵਾਲੇ ਕੱਲ੍ਹ ਜਾਂ ਪਰਸੋਂ ਤੋਂ ਤਕਰੀਬਨ ਉਹ ਇੱਥੇ ਦੇ 25 ਕੇਸ ਹੋ ਸੀ, ਉਹ 25 ਇੱਥੇ ਐਡ ਕਰਕੇ ਤਕਰੀਬਨ 80 ਤੋਂ ਲੈ ਕੇ 90 ਦਾ ਖਾਣਾ ਜੋ ਬਣੇਗਾ। ਔਰ ਮੈਂ ਸਮਝਦਾ ਕਿ ਸ਼ਾਇਦ
ਇਸ ਨੈਕਸਟ ਵੀਕ ਦੇ ਵਿੱਚ ਇਹ 100 ਨੂੰ ਫਿਗਰ ਪਹੁੰਚ ਜਾਏਗੀ। ਪ੍ਰਤੀ ਦਿਨ ਕਿੰਨਾ ਕੁ ਖਰਚ ਤੁਹਾਡਾ ਆ ਜਾਂਦਾ ਹੈ? ਜਿਸ ਤਰੀਕੇ ਨਾਲ ਤੁਸੀਂ ਤੇ ਤੁਹਾਡੇ ਸਹਿਯੋਗੀ ਵੀ ਨੇ, ਮੈਂ ਦੇਖਿਆ ਬੀਬੀਆਂ ਵੀ ਖਾਣਾ ਪਕਾ ਰਹੀਆਂ, ਇਹਨਾਂ ਦੇ ਇਹ ਸਾਰੇ ਸੇਵਾ ਭਾਵਨਾ ਵਾਲੇ ਵੀ ਨੇ ਕਿ ਉਹ ਜੋ ਹਾਇਰ ਵੀ ਕੀਤੇ ਨੇ? ਮੈਂ ਚਾਹਾਂਗਾ ਕਿ ਸਰਦਾਰ ਅਮਰੀਕ ਸਿੰਘ ਜੀ ਇਹਦੀ ਜੋ ਖਰਚੇ ਦੀ ਡਿਟੇਲ ਹੈ ਜਾਂ ਜੋ ਵੀ ਹੈ, ਕਿਉਂਕਿ ਇਹ ਸਾਰਾ ਮਟੀਰੀਅਲ ਨੂੰ ਇਹ ਮੈਨੇਜ ਕਰਦੇ ਨੇ ਔਰ ਇਹਨਾਂ ਦੀ ਸਰਪ੍ਰਸਤੀ ਹੈ, ਮੈਂ ਕਹਾਂਗਾ ਇਹਨਾਂ ਤੋਂ ਆਪਾਂ ਸਾਰੀ ਇਸ ਚੀਜ਼ ਦੀਆਂ ਫਿਕਰਾਂ ਲਈਏ। ਸਰਦਾਰ ਅਮਰੀਕ ਸਿੰਘ ਜੀ ਸਾਡੇ ਨਾਲ ਸਰਦਾਰ ਅਮਰੀਕ ਸਿੰਘ ਜੀ ਨੇ ਚੇਲਾ ਪਿੰਡ ਤੋਂ ਨਿਵਾਸੀ ਨੇ ਇਸ ਵੇਲੇ ਨਵਾਂ ਸ਼ਹਿਰ ਦੇ, ਔਰ ਇਹਨਾਂ ਨੇ ਆਪਣੇ ਸਹਿਯੋਗੀਆਂ ਨਾਲ, ਪ੍ਰਵਾਸੀ ਭਾਰਤੀਆਂ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਟਿਫਨ ਸਿਸਟਮ ਸ਼ੁਰੂ ਕੀਤਾ ਪੁਰਾਣੀਆਂ ਨੂੰ ਦੇਣ ਦਾ, ਜਿਹੜੇ ਬੇਸਹਾਰਾ ਸੀਗੇ, ਅੰਗਹੀਨ ਹੈ, ਔਰ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਬੜੇ ਵੱਡੇ ਪੱਧਰ ਤੱਕ ਲੈ ਕੇ ਜਾਣ ਦੇ ਇੱਛੁਕ ਨੇ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰਦਾਰ ਅਮਰੀਕ ਸਿੰਘ ਜੀ, ਕਿੰਨੇ ਕੁ ਇਸ ਵੇਲੇ ਤੁਹਾਡਾ ਪ੍ਰਤੀ ਦਿਨ ਦਾ ਖਰਚ ਆ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਮਰੀਕ ਸਿੰਘ ਪਿੰਡ ਚੇਲਾ ਤੋਂ ਪਿਛਲੇ 4 ਸਾਲ ਤੋਂ ਦਾਸ ਨੂੰ ਇਹ ਜ਼ਿੰਮੇਵਾਰੀ, ਇਹ ਸੇਵਾ ਸੌਂਪੀ ਗਈ ਸੀ। ਸਰਦਾਰ ਗੁਰਜਿੰਦਰ ਸਿੰਘ ਕੈਨੇਡਾ ਨਿਵਾਸੀ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮਨੁੱਖਤਾ ਦੀ ਸੇਵਾ, ਲੋੜਵੰਦਾਂ ਦੀ ਸੇਵਾ, ਗਰੀਬ ਪੰਜਾਬੀ ਪਰਿਵਾਰਾਂ ਦੀ ਸੇਵਾ ਕਰਦੇ ਆ ਰਹੇ ਨੇ। ਦਾਸ ਉਹਨਾਂ ਦੀ ਇਸ ਸੋਚ ਨੂੰ ਅਮਲੀ ਰੂਪ ਦੇ ਕੇ ਸੇਵਾ ਨਿਭਾ ਰਹੇ ਹਨ। ਇਹ ਤਕਰੀਬਨ ਮਹੀਨਾ ਕੁ ਪਹਿਲੇ ਜੋ ਕਿ ਪਿੰਡ ਚੇਲਾ ਤੋਂ ਗੁਰੂ ਕੀ ਰਸੋਈ ਸ਼ੁਰੂ ਕੀਤੀ ਸੀ, ਉਸ ਦੀ ਸਫਲਤਾ ਤੋਂ ਬਾਅਦ ਉਸ ਦਾ ਵਿਸਥਾਰ ਕੀਤਾ ਗਿਆ। ਸਰਦਾਰ ਗੁਰਜਿੰਦਰ ਸਿੰਘ ਹੁਣਾਂ ਦੀ ਸੋਚ ਸੀ ਕਿ ਇਸ ਨੂੰ ਹੋਰ ਅਸੀਂ ਏਰੀਆ ਕਵਰ ਕਰੀਏ, ਤੇ ਨਵੇਂ ਸ਼ਹਿਰ ਦੇ ਵਿੱਚ ਪਿਛਲੀ 28 ਤੋਂ ਆਰੰਭ ਕੀਤੀ ਸੀ। ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿ ਸਾਰਾ ਨਵੇਂ ਸ਼ਹਿਰ ਸਾਡੇ ਨਾਲ ਮਿਲ ਕੇ ਅਸੀਂ ਇਸ ਸੇਵਾ ਨੂੰ ਅਮਲੀ ਰੂਪ ਦੇ ਰਹੇ ਹਾਂ। ਵਾਹਿਗੁਰੂ ਦੀ ਕਿਰਪਾ ਹੈ, ਬੜੀ ਲੱਗਦਾ ਹੈ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਹਰ ਇੱਕ ਨਵੇਂ ਸ਼ਹਿਰ ਦਾ ਵਾਸੀ ਸਾਡੇ ਨਾਲ ਮਿਲ ਕੇ, ਕੰਧੇ ਨਾਲ ਕੰਧਾ ਮਿਲ ਕੇ ਚੱਲ ਰਹੇ ਹਾਂ। ਬਹੁਤ ਵਧੀਆ ਪ੍ਰਕਾਰ ਨਾਲ ਚੱਲ ਰਹੀ ਹੈ। ਤੇ ਇੱਥੋਂ ਆ ਕੇ ਮੈਂ ਸਰਦਾਰ ਸੁਰਜੀਤ ਸਿੰਘ ਜੀ ਦਾ ਸਹਿਯੋਗ, ਕਿਉਂਕਿ ਇਹ ਇੱਥੋਂ ਦੇ ਪੁਰਾਣੇ ਹਨ, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਚਲਾ ਰਹੇ ਹਨ, ਇਹਨਾਂ ਨੂੰ ਏਰੀਏ ਦੀ ਜਾਣਕਾਰੀ ਬਹੁਤ ਹੀ ਹੈ ਇਸ ਇਲਾਕੇ ਦੀ, ਤੇ ਇਹਨਾਂ ਨੇ ਮੇਰੇ ਨਾਲ ਮਿਲ ਕੇ ਇਸ ਗੁਰੂ ਕੀ ਰਸੋਈ ਨੂੰ ਸਫਲ ਬਣਾਇਆ ਹੈ। ਸਾਡੇ ਨਾਲ ਬੜੀ ਕਿਰਪਾ ਹੈ ਗੁਰੂ ਜੀ ਦੀ। ਹੁਣ ਸਾਡਾ ਅਗਲਾ ਪਲਾਨ ਇਸ ਨੂੰ ਹੋਰ ਵਿਸਤਾਰ ਇੱਧਰ ਬੰਗਾ ਸਾਈਡ, ਮਾਲਪੁਰ, ਹੁਸ਼ਿਆਰਪੁਰ ਤੱਕ ਚਲਾਉਣ ਦਾ ਹੈ। ਅੱਜ ਦੀ ਤਰੀਕ ਵਿੱਚ ਤਕਰੀਬਨ 90 ਟਿਫਨ ਸਾਡੇ ਹਰ ਰੋਜ਼ ਜਾਂਦੇ ਹਨ, ਇਨਕਲੂਡਿੰਗ ਹੌਸਪੀਟਲ। ਅਪਰੋਕਸ ਖਰਚਾ ਇੱਕ ਦਿਨ ਦਾ ਤਕਰੀਬਨ 5 ਤੋਂ ਲੈ ਕੇ 8,000 ਦੇ ਵਿੱਚ ਹੈ, ਇੱਕ ਦਿਨ ਦਾ ਖਰਚਾ ਇਨਕਲੂਡਿੰਗ ਰਾਸ਼ਨ। ਇਹ ਅਪਰੋਕਸ ਹੈ ਖਰਚਾ, ਸਹੀ ਐਸਟੀਮੇਟ ਤਕਰੀਬਨ ਹੋ ਸਕਦਾ ਪਲੱਸ ਮਾਈਨਸ ਹੋਵੇ, ਅੰਦਾਜ਼ਾ ਕਿ 8,000 ਤੱਕ ਇੱਕ ਦਿਨ ਦਾ ਖਰਚਾ ਅਜੇ ਫਿਲਹਾਲ ਸਾਡਾ ਚੱਲ ਰਿਹਾ ਹੈ। ਤੇ ਬੜੀ ਕਿਰਪਾ, ਇਸ ਨੂੰ ਹੋਰ ਵਧਾਵਾਂਗੇ। ਨਵੇਂ ਸ਼ਹਿਰ ਦੀਆਂ ਸੰਗਤਾਂ ਬਹੁਤ ਹੀ ਸਹਿਯੋਗ ਕਰ ਰਹੀਆਂ ਹਨ ਰਾਸ਼ਨ ਦੀ ਸੇਵਾ ਦੇ ਨਾਲ। ਇਹ ਸੋਚ ਸ਼ੁਰੂ ਗੁਰਜਿੰਦਰ ਸਿੰਘ ਨੇ ਕੀਤੀ ਸੀ, ਪਰ ਹੁਣ ਇਸ ਦੇ ਨਾਲ ਨਵੇਂ ਸ਼ਹਿਰ ਦੀਆਂ ਸੰਗਤਾਂ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਚਲਾ ਰਹੀਆਂ ਹਨ। ਜਿਸ ਤਰੀਕੇ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੰਗਾ, ਮੁਕੰਦਪੁਰ, ਗੜ੍ਹਸ਼ੰਕਰ ਜਾਂ ਹੋਰ ਲਾਗਲੇ ਜਿਹੜੇ ਪਿੰਡਾਂ ਦੇ ਵਿੱਚ ਇਹ ਕੰਮ ਸ਼ੁਰੂ ਕਰਨਾ, ਇਸ ਦੇ ਨਾਲ ਜਿੱਥੇ ਤੁਹਾਡੇ ਪ੍ਰਵਾਸੀ ਭਾਰਤੀ ਨੇ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਨੇ, ਉਹ ਇਹਨਾਂ ਪਿੰਡਾਂ ਦੇ ਵੀ ਜਿਹੜੇ ਆਪਣੇ ਉੱਥੇ ਮੋਹਤਵਾਰ ਬੰਦੇ ਗਏ ਹੈਗੇ, ਉਹਨਾਂ ਦੇ ਨਾਲ ਟੱਚ ਕਰਕੇ ਇਸ ਕੰਮ ਨੂੰ ਹੋਰ ਅੱਗੇ ਵਧਾ ਸਕਦੇ? ਬਿਲਕੁਲ ਜੀ। ਦਾਸ ਆਰਮੀ 'ਚੋਂ ਰਿਟਾਇਰ ਹੋ ਕੇ ਫ੍ਰੀ ਸੀ। ਉਹਨਾਂ ਦੀ ਸੋਚ ਨੇ ਸੋਚਿਆ ਸੀ ਕਿ ਅਸੀਂ ਮਨੁੱਖਤਾ ਦੀ ਸੇਵਾ ਲਈ ਚਾਹੁੰਦੇ ਹਾਂ ਕਿ ਜੋ ਸਾਡੀ ਇਸ ਸੇਵਾ ਨੂੰ ਅਮਲੀ ਰੂਪ ਦੇਣ ਦੇ ਵਿੱਚ ਜ਼ਿੰਮੇਵਾਰੀ ਨਿਭਾ ਸਕਣ। ਉਹਨਾਂ ਨੇ ਸਾਨੂੰ ਇਹ ਵਿਚਾਰ ਦੱਸੇ ਸਨ। ਦਾਸ ਫ੍ਰੀ ਹੋਣ ਕਰਕੇ, ਰਿਟਾਇਰ ਹੋਣ ਕਰਕੇ ਆਰਮੀ ਦੇ ਵਿੱਚੋਂ, ਇਹ ਸੇਵਾ ਉਹਨਾਂ ਦੀ ਕਬੂਲ ਕਰਕੇ ਅਸੀਂ ਇਸ ਰਾਸਤੇ 'ਤੇ, ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ। ਸਫਲਤਾ ਮਿਲ ਰਹੀ ਹੈ। ਤੇ NRI ਸੰਗਤਾਂ ਪਲੱਸ ਲੋਕਲ ਜੋ ਕਿ ਨਵਾਂ ਸ਼ਹਿਰ ਦੀਆਂ ਸੰਗਤਾਂ ਸਾਨੂੰ ਬਹੁਤ ਸਹਿਯੋਗ ਦੇ ਰਹੀਆਂ ਹਨ, ਜੋ ਕਿ ਸਪਲਾਇਰ ਹਨ ਸਾਡੇ ਵਲੰਟੀਅਰ, ਬਿਨਾਂ ਕਿਸੇ ਡਿਮਾਂਡ ਤੋਂ, ਬਿਨਾਂ ਕਿਸੇ ਸੈਲਰੀ ਤੋਂ, ਉਹ ਸਾਡੇ ਨਾਲ ਵਲੰਟੀਅਰ ਸੇਵਾ ਕਰ ਰਹੇ ਹਨ। ਜੋ ਬੀਬੀਆਂ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰ ਰਹੀਆਂ ਹਨ, ਜੋ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੈਂਬਰ, ਜੋ ਕਿ ਹੱਥ ਨਾਲ ਇਹ ਸਬਜ਼ੀਆਂ ਪੈਕ ਕਰਨ ਦੀ, ਕੱਟਣ ਦੀ, ਇਹ ਸਾਰੀ ਫ੍ਰੀ ਨਿਸ਼ਕਾਮ ਸੇਵਾ ਚੱਲ ਰਹੀ ਹੈ। ਬੜੀ ਖੁਸ਼ੀ ਹੁੰਦੀ ਹੈ। ਇਸ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਡੀ ਦਾ ਬੰਦੋਬਸਤ ਕਰਕੇ ਸੈਂਟਰ ਖੋਲਾਂਗੇ, ਜੋ ਕਿ ਜਿਵੇਂ ਕਿ ਬੰਗਾ, ਸੰਧਵਾਂ, ਇੱਧਰ ਬਲਾਚੌਰ, ਗੜ੍ਹਸ਼ੰਕਰ, ਇਹ ਰਾਹੋਂ,
ਸੈਂਟਰਾਂ ਦੇ ਵਿੱਚ ਸਪਲਾਈ ਕਰਾਂਗੇ, ਉੱਥੋਂ ਅੱਗੇ ਸਾਡੇ ਸਪਲਾਇਰ ਜੋ ਕਿ ਲੋਕਲ ਏਰੀਏ ਦੇ ਵਿੱਚ ਡਿਸਟ੍ਰੀਬਿਊਸ਼ਨ ਕਰਨਗੇ। ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ 1 ਮਹੀਨੇ ਤੱਕ ਇਸ ਨੂੰ ਅਸੀਂ ਹੁਸ਼ਿਆਰਪੁਰ ਤੱਕ ਕਵਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਤੁਸੀਂ ਹੋਰ ਜਾਣਕਾਰੀ ਸਾਂਝੀ ਕਰਿਓ, ਜਿਹੜੇ ਟਿਫਨ ਤੁਸੀਂ ਇਸ ਵੇਲੇ ਸਵੇਰੇ ਪੈਕ ਕਰ ਰਹੇ ਹੋ, ਇੱਕ ਦਿਨ ਦੇ ਵਿੱਚ ਉਹਨਾਂ ਬਜ਼ੁਰਗਾਂ ਤੱਕ ਕਿੰਨੀ ਵਾਰ ਪਹੁੰਚਦੇ ਕਰਦੇ ਹੋ? ਇਸ ਤਰ੍ਹਾਂ ਹੈ ਜੀ, ਐਕਚੁਅਲੀ ਟਿਫਨ ਜੋ ਹੈ ਅਸੀਂ ਸਵੇਰੇ ਇੱਕ ਵਾਰੀ ਤਿਆਰ ਕਰੀਦਾ, ਉਸ ਦੇ ਵਿੱਚ 2 ਟਾਈਮ ਦਾ ਖਾਣਾ ਪੈਕ ਹੁੰਦਾ ਹੈ। ਅਲੱਗ-ਅਲੱਗ ਡੱਬਿਆਂ 'ਚ ਦੋਨੋਂ ਟਾਈਮ ਦੀ ਅਲੱਗ-ਅਲੱਗ ਸਬਜ਼ੀ ਦਾਲ ਜੋ ਵੀ ਹੈ, ਸਵੀਟ ਡਿਸ਼ ਜਾਂ ਜੋ ਰਾਈਸ ਹੈ, ਕਿਉਂਕਿ ਸਵੇਰੇ 10-11 ਵਜੇ ਤੱਕ ਉਹਨਾਂ ਨੂੰ ਪਹੁੰਚਦਾ। ਇੱਕ ਵਾਰੀ ਉਹ ਸਵੇਰੇ ਲੈ ਲੈਂਦੇ ਨੇ, ਇੱਕ ਵਾਰੀ ਉਹ ਸ਼ਾਮ ਨੂੰ ਲੈ ਲੈਂਦੇ ਨੇ। ਮੋਰ ਦੈਨ ਸਫੀਸ਼ੀਐਂਟ ਖਾਣਾ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ। ਇੱਥੇ ਇੱਕ ਮੈਂ ਚੀਜ਼ ਹੋਰ ਐਡ ਕਰਨੀ ਚਾਹਾਂਗਾ ਕਿ ਜਿੱਦਾਂ ਅਸੀਂ ਚੇਲਾ ਪਿੰਡ ਸੀ ਔਰ ਨਵਾਂ ਸ਼ਹਿਰ ਕਵਰ ਕੀਤਾ, ਬੜੀ ਹੀ ਜਲਦੀ ਆਉਣ ਵਾਲੇ ਸ਼ਾਇਦ 5-4 ਦਿਨਾਂ ਦੇ ਵਿੱਚ ਹੀ ਮੈਂ ਕਹਾਂਗਾ ਜ਼ਿਆਦਾ ਤੋਂ ਜ਼ਿਆਦਾ ਇਸ ਮੰਥ ਤੋਂ ਐਂਡ ਤੋਂ ਪਹਿਲਾਂ ਇਹ ਬੰਗਾ ਸੇਵਾ ਸ਼ੁਰੂ ਹੋ ਰਹੀ ਹੈ। ਔਰ ਬੰਗਾ 'ਚ ਗੁਰਦੁਆਰਾ ਚਰਨ ਕਮਲ ਸਾਹਿਬ, ਉੱਥੇ ਜੋ ਸਾਡੇ ਸਹਿਯੋਗੀ ਨੇ ਸਾਡੀ ਸੁਸਾਇਟੀ ਦੇ, ਔਰ ਸਾਡੇ ਨਾਲ ਸ਼ੁਰੂ ਤੋਂ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਉਹਨਾਂ ਵੱਲੋਂ ਬੜਾ ਸਾਥ ਮਿਲਿਆ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਇੱਥੋਂ ਅਸੀਂ ਜੋ ਸਪਲਾਈ ਹੈ ਉਹ ਇੱਥੋਂ ਟੈਂਪੂ ਭਰ ਕੇ, ਗੱਡੀ ਭਰ ਕੇ ਪਹੁੰਚੇਗੀ, ਤਾਂ ਤੁਸੀਂ ਉਸ ਏਰੀਏ ਦੇ ਵਿੱਚ ਇਸ ਡਿਸਟ੍ਰੀਬਿਊਸ਼ਨ ਦਾ ਕੰਮ ਲਓ, ਸੇਵਾ ਦਾ ਕੰਮ ਲਓ। ਉਹਨਾਂ ਨੇ ਬੜੀ ਖੁਸ਼ੀ ਨਾਲ ਕੱਲ੍ਹ ਪ੍ਰਵਾਨ ਕਰ ਲਿਆ, ਔਰ ਮੈਂ ਸਮਝਦਾ ਕਿ ਇਹ 1 ਹਫ਼ਤੇ ਦੇ ਅੰਦਰ ਅੰਦਰ ਬੰਗਾ ਏਰੀਆ ਅਸੀਂ ਕਵਰ ਕਰ ਲਾਂਗੇ। ਔਰ ਇਸ ਵਕਤ ਅਸੀਂ ਤਕਰੀਬਨ 14-15 ਪਿੰਡ ਜਿਹੜੇ ਉਹ ਕਵਰ ਕਰ ਰਹੇ ਹਾਂ। ਜੇ ਮੈਂ ਡਿਟੇਲ ਦਿਆਂ ਤਾਂ ਆਪਾਂ ਇੱਥੋਂ ਜੇਠੂ ਮਜਾਰਾ, ਜਾਫਰਪੁਰ, ਦੁਧਾਲਾ, ਕਾਮਾ, ਖਟਕੜ ਕਲਾਂ, ਕਰਿਆਮ, ਭੰਗਲ ਕਲਾਂ, ਔਰ ਉਸ ਦੇ ਨਾਲ ਆਪਣਾ ਮਹਿੰਦੀਪੁਰ, ਲੰਗੜੋਆ, ਤਕਰੀਬਨ 14-15 ਪਿੰਡ ਹੈ, ਪਲੱਸ ਨਵਾਂ ਸ਼ਹਿਰ। ਸਾਡੇ ਜੋ ਇਸ ਵੇਲੇ ਟਿਫਨ ਜਾ ਰਹੇ ਨੇ, ਇਹਨਾਂ ਸਾਰੇ ਪਿੰਡਾਂ 'ਚ ਸਰਵਿਸ ਦੇ ਰਹੇ ਆ। ਔਰ ਨਵਾਂ ਸ਼ਹਿਰ ਲੋਕਲ ਦੇ ਵਿੱਚ ਤਕਰੀਬਨ ਅਸੀਂ ਰੋਜ਼ ਸ਼ਾਮ ਨੂੰ ਚੱਕਰ ਮਾਰ ਕੇ ਜਿਹੜੇ ਸਾਨੂੰ ਆਇਡੈਂਟੀਫਾਈ ਹੁੰਦੇ ਨੇ ਜ਼ਰੂਰਤਮੰਦ ਪਰਿਵਾਰ, ਉਹਨਾਂ ਨੂੰ ਫਿਰ ਵੈਰੀਫਿਕੇਸ਼ਨ ਕਰੀਦੀ ਹੈ ਕਿ ਵਾਕਿਆ ਹੀ, ਕਿਉਂਕਿ ਕੁਛ ਥੋੜ੍ਹਾ ਪੈਰਾਮੀਟਰ ਰੱਖੇ ਨੇ। ਅਗਰ ਪੈਰਾਮੀਟਰ ਨਾ ਰੱਖੀਏ ਤਾਂ ਫਿਰ ਇਹ ਮੁਸ਼ਕਿਲ ਹੋ ਜਾਂਦਾ ਕੰਮ, ਕਿ ਉਹ ਬੰਦੇ ਜਿਸ ਨੂੰ ਅਸੀਂ ਸਪਲਾਈ ਦੇਣੀ ਹੈ ਉਹਦੀ ਕੋਈ ਪ੍ਰੋਪਰਟੀ ਨਹੀਂ ਹੋਣੀ ਚਾਹੀਦੀ, ਜਾਇਦਾਦ ਨਹੀਂ ਹੋਣੀ ਚਾਹੀਦੀ, ਉਹ ਖੁਦ ਸਿਆਣਾ ਉਮਰ ਦਾ, ਜਿੱਦਾਂ ਸਿਆਣਾ ਉਹ ਆਪਣੀ ਤਿਆਰ ਨਹੀਂ ਕਰ ਸਕਦਾ, ਜਾਂ ਹੈਂਡੀਕੈਪ ਹੈ, ਅੰਗਹੀਣ ਹੈ, ਉਹ ਆਪ ਨਹੀਂ ਕੰਮ ਕਰ ਸਕਦਾ, ਆਪਣੇ ਹੱਥੀਂ ਨਹੀਂ ਬਣਾ ਸਕਦਾ, ਉਹਦੇ ਕੋਲ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੈ। ਇਸ ਤਰ੍ਹਾਂ ਦੇ ਪਰਿਵਾਰ ਜੋ ਅਸੀਂ ਆਇਡੈਂਟੀਫਾਈ ਕਰਦੇ ਹਾਂ, ਰਿਕੁਐਸਟਾਂ ਬਹੁਤ ਆਉਂਦੀਆਂ ਨੇ, ਪਰ ਕਈ ਪਰਿਵਾਰ ਇੱਦਾਂ ਦੇ ਹੁੰਦੇ ਨੇ ਜਿਹੜੇ ਮੈਨੇਜ ਕਰ ਸਕਦੇ ਨੇ, ਮਗਰ ਉਹ ਸਿਰਫ ਜਿੱਦਾਂ ਖੁੱਲ੍ਹਾ ਲੰਗਰ ਦੇਖ ਕੇ ਉਹਨਾਂ ਨੂੰ ਹੁੰਦਾ ਵੀ ਸਾਨੂੰ ਵੀ ਇੱਥੋਂ ਮਿਲ ਜਾਏ। ਕੋਸ਼ਿਸ਼ ਕੀਤੀ ਜਾਂਦੀ ਕਿਸੇ ਨੂੰ ਨਾਰਾਜ਼ ਨਾ ਕੀਤਾ ਜਾਏ, ਪਰ ਫਿਰ ਵੀ ਆਪਣੇ ਪੈਰਾਮੀਟਰ 'ਤੇ ਚੱਲਦੇ ਅਸੀਂ ਤਕਰੀਬਨ ਇਹ ਗਿਣਤੀ 400-500 ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਮਗਰ ਜੋ ਜੈਨੂਅਨ ਪਰਿਵਾਰ ਹੋਣ, ਆਪਾਂ ਇਹ ਨਹੀਂ ਚਾਹੁੰਦੇ ਕਿ ਕੋਈ ਐਵੇਂ ਬਿਨਾਂ ਜਿਹਨੂੰ ਜ਼ਰੂਰਤ ਨਹੀਂ ਹੈ, ਜਿਹਦੀ ਚੰਗੀ ਪ੍ਰੋਪਰਟੀ ਵੀ ਹੈ, ਘਰ ਬੱਚੇ ਬਾਹਰ ਗਏ ਨੇ, ਉਹ ਇਕੱਲਾ ਰਹਿੰਦਾ, ਠੀਕ ਹੈ, ਜੇ ਇਕੱਲਾ ਰਹਿੰਦਾ ਤਾਂ ਮੈਨੇਜ ਵੀ ਕਰ ਸਕਦਾ, ਬਣਾ ਸਕਦਾ ਹੈ, ਕੋਈ ਇੱਦਾਂ ਦੀ ਗੱਲ ਨਹੀਂ। ਹਾਂ, ਸਾਨੂੰ ਕੁਛ ਰਿਕੁਐਸਟਾਂ ਆਉਂਦੀਆਂ ਨੇ। ਇੱਕ ਸਾਡੇ ਪਾਸ 90-91 ਸਾਲ ਦੇ ਬਜ਼ੁਰਗ ਹੈ, ਉਹ ਵਿਚਾਰਿਆਂ ਦਾ ਕੋਈ ਪ੍ਰੋਬਲਮ ਨਹੀਂ, ਉਹਨਾਂ ਦੇ ਬੱਚੇ ਬਾਹਰ ਨੇ, ਪਰ ਉਹ ਕਹਿੰਦੇ 91 ਸਾਲ ਦੀ ਉਮਰ 'ਚ ਮੈਂ ਬਣਾ ਨਹੀਂ ਸਕਦਾ, ਅਤੇ ਜੇ ਹੋ ਸਕੇ ਤਾਂ ਸਾਨੂੰ ਰਾਸ਼ਨ ਦੀ ਸਪਲਾਈ ਦਿਓ। ਅਸੀਂ ਉਹਨਾਂ ਨੂੰ ਜਦੋਂ ਦਿੱਤਾ, ਜਦ ਪਹਿਲੇ ਦਿਨ ਨਹੀਂ ਦਿੱਤਾ, ਉਹਨਾਂ ਨੇ ਦੂਸਰੇ ਦਿਨ ਹੀ ਇੰਨੀ ਸੇਵਾ ਭੇਜ ਦਿੱਤੀ। ਮੈਂ ਸਮਝਦਾ ਕਿ ਇਹੋ ਜਿਹੇ ਪਰਿਵਾਰ ਨੇ, ਜੇ ਲੋਕਾਂ ਦਾ ਵੀ ਭਲਾ ਕਰਕੇ ਆਪ ਹੀ ਤੋਂ ਲੈਣਾ ਚਾਹੁੰਦੇ ਤਾਂ ਮਾੜੀ ਗੱਲ ਨਹੀਂ, ਬਹੁਤ ਵਧੀਆ ਗੱਲ ਹੈ। ਮਗਰ ਅਜੇ ਤੱਕ ਸਾਡੇ ਕੋਲ ਸਾਰੇ ਜੈਨੂਅਨ ਪਰਿਵਾਰ ਨੇ। ਬਹੁਤ ਬਹੁਤ ਧੰਨਵਾਦ ਨਵਾਂ ਸ਼ਹਿਰ ਵਾਸੀਆਂ ਦਾ, ਜਿਨ੍ਹਾਂ ਨੇ ਜੇਠੂ ਮੁਜਾਰੇ ਵਾਲਿਆਂ ਦਾ ਜਾਂ ਚੇਲਾ ਪਿੰਡ ਵਾਲਿਆਂ ਦਾ, ਇਹਨਾਂ ਦੇ ਨਾਲ ਜਿਹੜੇ ਵੀ ਪ੍ਰਵਾਸੀ ਭਾਰਤੀ ਜੁੜੇ, ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਦੀ ਰਸੋਈ ਸ਼ੁਰੂ ਕਰਕੇ ਇੱਕ ਬਹੁਤ ਹੀ ਬੜਮੁੱਲਾ ਅਹਿਮ ਯੋਗਦਾਨ ਪਾਇਆ। ਅੱਜ ਦੇ ਦੌਰ ਦੇ ਵਿੱਚ ਜਿੱਥੇ ਲੋਕ ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਨੇ, ਉਹਨਾਂ ਦੀ ਸੇਵਾ ਦੇ ਲਈ, ਜਾਂ ਹੈਂਡੀਕੈਪ ਹੈ ਜਿਨ੍ਹਾਂ ਦੀ ਕੋਈ ਦੇਖ ਰੇਖ ਨਹੀਂ ਕਰ ਸਕਦਾ, ਉਹਨਾਂ ਦੀ ਸੇਵਾ ਦੇ ਲਈ ਇਹ ਕੰਮ ਆਰੰਭਿਆ। ਮੈਂ ਕਹਿਣਾ ਚਾਹੁੰਦਾ ਸਾਰੇ ਜਿਹੜੇ ਮਨੁੱਖਤਾਵਾਦੀ ਨੇ, ਜਿਹੜੇ ਮਨੁੱਖਤਾ ਦੀ ਸਾਂਝ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ, ਉਹ ਇਹਨਾਂ ਦੀ ਆਈਡੀਓਲੋਜੀ ਨੂੰ ਜ਼ਰੂਰ ਅਪਣਾਉਣ ਅਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ, ਜਾਂ ਇਹਨਾਂ ਦੇ ਸਹਿਯੋਗ ਦੇ ਨਾਲ, ਜਾਂ ਇਹਨਾਂ ਦੀ ਰਾਏ ਦੇ ਨਾਲ ਆਪਣੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਜਾਂ ਕਸਬਿਆਂ ਦੇ ਵਿੱਚ ਜ਼ਰੂਰ ਇਹੋ ਜਿਹਾ ਕੰਮ ਸ਼ੁਰੂ ਕਰਨ, ਤਾਂ ਕਿ ਕੋਈ ਵੀ ਪ੍ਰਾਣੀ ਭੁੱਖਾ ਇਸ ਦੁਨੀਆ ਤੋਂ ਨਾ ਜਾ ਸਕੇ। ਅਸੀਂ LKM ਚੈਨਲ ਵਾਲਿਆਂ ਦੇ ਵੀ ਬਹੁਤ ਧੰਨਵਾਦੀ ਹਾਂ, ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਔਰ ਪ੍ਰਚਾਰ ਦਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਹੋਵੇ, ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇ। ਜਦੋਂ ਸੋਸ਼ਲ ਮੀਡੀਆ ਜਾਂ ਹੋਰ TV ਚੈਨਲ ਜਾਂ ਪ੍ਰਿੰਟ ਮੀਡੀਆ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰਦੇ ਨੇ, ਸਾਨੂੰ ਖੁਸ਼ੀ ਹੁੰਦੀ ਕਿ ਸਾਡੇ ਕੋਲ ਨੰਬਰ ਆਫ ਪਾਰਟੀਸਪੈਂਟ, ਜੋ ਨੰਬਰ ਆਫ ਜਿਹਨੂੰ ਅਸੀਂ ਦੇਣਾ ਚਾਹੁੰਦੇ ਹਾਂ ਲੰਗਰ, ਉਹਨਾਂ ਦੀ ਗਿਣਤੀ ਵੱਧਦੀ ਹੈ। ਅਤੇ ਮੈਂ ਧੰਨਵਾਦੀ ਹਾਂ, ਕਿਉਂਕਿ ਤੁਹਾਡੇ ਇਸ
ਰਿਕਾਰਡਿੰਗ ਦੇ ਨਾਲ ਜਾਂ ਇਸ ਦੇ ਪ੍ਰਸਾਰਣ ਦੇ ਨਾਲ ਸਾਨੂੰ ਹੋਰ ਜੋ ਲੋੜਵੰਦ ਹੈ ਸਾਡੇ ਨਾਲ ਜੁੜਨਗੇ। ਔਰ ਮੈਂ ਚਾਹੁੰਦਾ ਹਾਂ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਕਿ ਅਸੀਂ ਇਸ ਨੂੰ 400-500 ਤੱਕ ਲੈ ਕੇ ਜਾਈਏ। ਇਕੱਲਾ ਨਵਾਂਸ਼ਹਿਰ ਡਿਸਟ੍ਰਿਕਟ ਨਹੀਂ ਹੈ, ਜੋ ਸਰਦਾਰ ਗੁਰਜਿੰਦਰ ਸਿੰਘ ਦੀ ਸੋਚ ਹੈ, ਹੁਸ਼ਿਆਰਪੁਰ ਡਿਸਟ੍ਰਿਕਟ ਵੀ ਕਵਰ ਕਰਨਾ ਚਾਹੁੰਦੇ ਨੇ, ਈਵਨ ਫਗਵਾੜੇ ਤੱਕ ਦਾ ਏਰੀਆ ਕਵਰ ਕਰਨਾ ਚਾਹੁੰਦੇ ਨੇ, ਬਲਾਚੌਰ ਸਾਰਾ ਏਰੀਆ ਕਵਰ ਕਰਨਾ ਚਾਹੁੰਦੇ ਨੇ। ਸੋ ਅਸੀਂ, ਸਾਡੇ ਮਨ 'ਚ ਇੱਛਾ ਹੈ ਕਿ ਇਹਨੂੰ, ਇਸ ਸੋਚ ਨੂੰ ਅੱਗੇ ਲੈ ਕੇ ਜਾਈਏ ਔਰ ਜੋ ਵੀ ਉਹ ਚਾਹੁੰਦੇ ਨੇ ਉਹਨੂੰ ਪੂਰਾ ਕਰੀਏ। ਔਰ ਕਮ ਸੇ ਕਮ 400-500 ਬੰਦਿਆਂ ਦਾ ਟਿਫਨ ਇੱਥੋਂ ਤਿਆਰ ਹੋ ਕੇ ਜਾਵੇ। ਬਹੁਤ ਬਹੁਤ ਧੰਨਵਾਦ ਸਰਦਾਰ ਮਨਜਿੰਦਰ ਸਿੰਘ ਜੀ ਦਾ, ਕਿਉਂਕਿ ਇਹ ਸਾਡੇ ਵੈਸੇ ਵੀ ਪੁਰਾਣੇ ਮਿੱਤਰ ਨੇ ਅਤੇ ਇਹਨਾਂ ਦਾ ਸਾਡੇ ਨਜ਼ਦੀਕ ਇਹਨਾਂ ਦੇ ਸਿਸਟਰ ਵੀ ਰਹਿੰਦੇ ਨੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਤੁਹਾਡਾ ਸਾਰਿਆਂ ਦਾ, ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਸੈਕਟਰੀ ਜਗਜੀਤ ਸਿੰਘ ਜੀ ਨੇ, ਇਸ ਸੰਸਥਾ ਦੇ, ਔਰ ਸੋਸ਼ਲ ਵਰਕਰ ਵੀ ਨੇ, ਆਪਣਾ ਕੰਮ ਵੀ ਕਰਦੇ। ਸੰਸਥਾ ਨਾਲ ਜੁੜੇ ਹੋਇਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਸੰਸਥਾ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਹਾਂ ਸਰ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਉਸ ਵੇਲੇ ਸਾਰਿਆਂ ਨੇ ਰਲ ਕੇ, ਸਾਰੇ ਜ਼ਿਲ੍ਹੇ ਦੀਆਂ ਜਥੇਬੰਦੀਆਂ ਨੇ ਰਲ ਕੇ ਉਸ ਨੂੰ ਮਨਾਇਆ ਗਿਆ ਸੀ ਵੱਡੇ ਪੱਧਰ 'ਤੇ। ਉਸ ਤੋਂ ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਾ ਹੋਂਦ ਵਿੱਚ ਆਉਣਾ, ਉਪਰੰਤ ਲਗਭਗ 1.5 ਮਹੀਨੇ ਤੋਂ ਗੁਰੂ ਕੀ ਰਸੋਈ ਦਾ ਹੋਂਦ ਵਿੱਚ ਆਉਣਾ, ਇਹ ਸਾਰੀਆਂ ਜੋ ਘਟਨਾਵਾਂ ਹਨ ਇਹਨਾਂ ਨਾਲ ਜੁੜੇ ਹੋਏ ਹਾਂ। ਔਰ ਕੋਸ਼ਿਸ਼ ਇਹ ਹੈ ਕਿ ਜ਼ਰੂਰਤਮੰਦ ਬਜ਼ੁਰਗ ਜਿਹੜੇ ਬੇਸਹਾਰਾ ਹਨ, ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ, ਉਹਨਾਂ ਤੱਕ ਖਾਣੇ ਦੀ ਪਹੁੰਚ ਕੀਤੀ ਜਾਵੇ, ਕਿਉਂਕਿ ਬਜ਼ੁਰਗ ਸਾਡਾ ਸਰਮਾਇਆ ਹਨ। ਸਮਾਜ ਕਈ ਵਾਰ ਉਹਨਾਂ ਨੂੰ ਠੁਕਰਾ ਦਿੰਦਾ ਹੈ, ਪਰਿਵਾਰ ਠੁਕਰਾ ਦਿੰਦੇ ਹਨ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਆਪਣੇ ਬਜ਼ੁਰਗਾਂ ਨੂੰ ਵੀ ਸੰਭਾਲੀਏ ਔਰ ਸਮਾਜ ਵਿੱਚ ਜੋ ਬਜ਼ੁਰਗ ਬੇਸਹਾਰਾ ਹਨ ਉਹਨਾਂ ਦੀ ਵੀ ਸੰਭਾਲ ਕੀਤੀ ਜਾਵੇ, ਉਹਨਾਂ ਦਾ ਖਾਣਾ ਦਿੱਤਾ ਜਾਵੇ, ਉਹਨਾਂ ਨੂੰ ਜ਼ਰੂਰਤ ਅਨੁਸਾਰ ਉਹਨਾਂ ਨੂੰ ਚੀਜ਼ਾਂ ਭੇਜੀਆਂ ਜਾਣ। ਸੋ ਇਸੇ ਉਪਰਾਲੇ ਨੂੰ ਮੁੱਖ ਰੱਖ ਕੇ ਸਰਦਾਰ ਗੁਰਜਿੰਦਰ ਸਿੰਘ, ਕੈਨੇਡਾ ਨਿਵਾਸੀ, ਉਹਨਾਂ ਨੇ ਸਰਦਾਰ ਅਮਰੀਕ ਸਿੰਘ ਜੀ ਦੁਆਰਾ ਇਹ ਸੁਨੇਹਾ ਦਿੱਤਾ ਸੀ ਕਿ ਤੁਸੀਂ ਸ਼ੁਰੂ ਕਰੋ ਗੁਰੂ ਕੀ ਰਸੋਈ, ਜਿਸ ਨਾਲ ਸਾਰੇ ਪਰਿਵਾਰਾਂ ਨੂੰ ਪੌਸ਼ਟਿਕ ਖਾਣਾ ਪਹੁੰਚਾਇਆ ਜਾਵੇ। ਜੋ ਵੀ ਬਜ਼ੁਰਗ ਸਾਡੇ ਜੋੜੇ ਹਨ ਜਾਂ ਇਕੱਲੇ ਇਕੱਲੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ। ਇੱਕ ਦੱਸਿਓ, ਇਹ ਖਾਣਾ ਤੁਸੀਂ ਐਵਰੀ ਡੇ ਦਿੰਦੇ ਆ, ਹਫਤੇ ਦੇ 7 ਹੀ ਦਿਨ ਦਿੰਦੇ ਆ, ਜਾਂ ਕਿ ਇੱਕ ਦਿਨ ਜਾਂ ਕਿਤੇ ਅਲੱਗ-ਅਲੱਗ ਦਿਨ ਦਿੰਦੇ ਆ? ਅਸੀਂ ਹਰ ਰੋਜ਼ ਖਾਣਾ ਸਵੇਰੇ ਪਹੁੰਚਾਈਦਾ ਜੀ ਉਹਨਾਂ ਨੂੰ, ਲਗਭਗ 11 ਵਜੇ ਤੱਕ ਖਾਣਾ ਪਹੁੰਚ ਜਾਂਦਾ। ਔਰ ਇਹ 365 ਦਿਨ ਹੀ ਚੱਲੇਗਾ। 365 ਨਹੀਂ, ਆਉਣ ਵਾਲਾ ਸਮਾਂ ਅਸੀਂ ਰਹੀਏ ਨਾ ਰਹੀਏ, ਗੁਰੂ ਅੱਗੇ ਅਰਦਾਸ ਹੈ ਕਿ ਜੇ ਕੋਈ ਬੇਸਹਾਰਾ ਬਚਦਾ ਹੈ ਦੁਨੀਆ 'ਚ, ਸਮਾਜ 'ਚ, ਤਾਂ ਉਹਨੂੰ ਖਾਣਾ ਪਹੁੰਚਣਾ ਚਾਹੀਦਾ। ਔਰ ਸਾਡੇ ਤੋਂ ਬਾਅਦ ਵੀ ਇਹ ਸੇਵਾ ਚੱਲਦੀ ਰਹੇ। ਸਾਡੀ ਤਾਂ ਇਹ ਆਸ ਹੈ ਸਾਡੇ ਬੱਚੇ ਵੀ ਇਹ ਸੇਵਾ ਕਰਨ। ਇੱਕ ਤੁਸੀਂ ਜਿਹੜੀ ਇਹ ਸੰਸਥਾ ਚਲਾਈ ਹੈ, ਇਸ ਸੰਸਥਾ ਦਾ ਨੰਬਰ ਔਰ ਜਿਹੜੇ ਵੱਖ-ਵੱਖ ਸ਼ਹਿਰ ਨੇ, ਉਹਨਾਂ ਸ਼ਹਿਰਾਂ ਦਾ ਜਿਹੜੇ ਮੋਹਤਵਾਰ ਹੈਗੇ ਆ ਜਾਂ ਜਿਹੜੇ ਤੁਸੀਂ ਆਪਣੇ ਟੱਚ 'ਚ ਲਏ ਹੋਏ ਨੇ, ਉਹਨਾਂ ਦੇ ਨੰਬਰ ਤੁਸੀਂ ਨਸ਼ਰ ਕਰ ਦਿਓ, ਤਾਂ ਕਿ ਜਿਹੜੇ ਉੱਥੇ ਦੇ ਬੇਸਹਾਰਾ ਜਿਹੜੇ ਹੈਗੇ ਆ ਜਾਂ ਮੋਹਤਵਾਰ ਸੱਜਣ ਹੋਣਗੇ ਜਾਂ MC ਵਗੈਰਾ, ਉਹ ਉਹਨਾਂ ਨੂੰ ਦੱਸ ਸਕਦੇ ਕਿ ਸਾਡੇ ਨਗਰ ਦੇ ਜਾਂ ਸਾਡੇ ਮੁਹੱਲੇ ਦੇ ਆਹ ਬੰਦੇ ਹੈਗੇ ਆ, ਬਜ਼ੁਰਗ ਜਾਂ ਅੰਗਹੀਨ ਹੈਗੇ, ਜਿਹੜੇ ਲਾਚਾਰ ਨੇ, ਜਿਨ੍ਹਾਂ ਨੂੰ ਰੋਟੀ ਪਾਣੀ ਨਹੀਂ ਮਿਲਦਾ। ਉਹ ਨੰਬਰ ਜ਼ਰੂਰ ਤੁਸੀਂ ਨਸ਼ਰ ਕਰ ਦਿਓ, ਬਾਈ ਨੇਮ ਉਹਨਾਂ ਦੇ ਨਾਂ ਦੱਸ ਦਿਓ। ਨਵਾਂ ਸ਼ਹਿਰ ਵਾਸਤੇ ਜੋ ਨੰਬਰ ਹਨ ਉਹ ਹਨ 62 394 10 177, 62 394 10 177। ਇਹ ਸਰਦਾਰ ਅਮਰੀਕ ਸਿੰਘ ਜੀ ਹੁਣਾਂ ਦਾ ਨੰਬਰ ਹੈ। 94 178 92 500 ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਾ ਨੰਬਰ ਹੈ। ਉਸ ਤੋਂ ਉਪਰੰਤ ਬੰਗਾ ਵਾਸਤੇ ਜੋ ਨੰਬਰ ਹੈ 85 283 17 012, ਬੰਗਾ ਚਰਨ ਕਮਲ ਗੁਰਦੁਆਰਾ ਸਾਹਿਬ ਵਿਖੇ, ਉੱਥੋਂ ਸੇਵਾ ਚੱਲੇਗੀ। ਉਸ ਤੋਂ ਉਪਰੰਤ ਸੰਧਵਾਂ ਦੇ ਏਰੀਏ ਦੇ ਵਾਸਤੇ ਹੈ, ਸੰਧਵਾਂ ਤੋਂ ਕੋਟਫਤੂਈ ਤੱਕ 99 153 79 633। ਇਹ ਸੰਧਵਾਂ ਤੋਂ ਕੋਟਫਤੂਈ ਤੱਕ ਦੇ ਜੋ ਸੱਜਣ ਹਨ ਉਹ ਸੰਪਰਕ ਕਰ ਸਕਦੇ ਹਨ। ਕੋਟਫਤੂਈ ਤੋਂ ਲੈ ਕੇ ਮਾਲਪੁਰ ਤੱਕ ਉਸ ਏਰੀਏ ਨੂੰ ਕਵਰ ਕਰਨ ਲਈ ਲਗਭਗ ਹੁਸ਼ਿਆਰਪੁਰ ਤੱਕ ਹੀ 94 649 29 552। ਮੈਂ ਇੱਕ ਵਾਰੀ ਫਿਰ ਦੁਹਰਾ ਦਿੰਦਾ, ਨਵਾਂ ਸ਼ਹਿਰ 62 394 10 177, ਬੰਗਾ 85 283 17 012, ਸੰਧਵਾ 99 153 79 633, ਕੋਟਫਤੂਹੀ 94 649 29 552, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ 94 178 92 500। ਬਹੁਤ ਬਹੁਤ ਧੰਨਵਾਦ ਜਗਜੀਤ ਸਿੰਘ ਜੀ ਦਾ। ਇਹਨਾਂ ਸਾਰੇ ਹੀ ਜਿੰਨੇ ਵੀ ਗੁਰੂ ਦੀ ਰਸੋਈ ਨੂੰ ਚਲਾਉਣ ਵਾਲੇ ਨੇ, ਸੇਵਕ ਨੇ, ਉਹਨਾਂ ਦਾ ਇਹੀ ਕਹਿਣਾ, ਸਾਡੇ ਨਾਲ ਉਹੀ ਵਿਅਕਤੀ ਸੰਪਰਕ ਕਰੇ
ਜਿਸ ਦੀ ਆਪਣੀ ਕੋਈ ਜ਼ਮੀਨ ਨਹੀਂ ਹੈ, ਜਾਂ ਉਹ ਆਪਣਾ ਖਾਣਾ ਆਪ ਨਹੀਂ ਬਣਾ ਸਕਦਾ, ਜਾਂ ਕੋਈ ਉਹਨਾਂ ਦੇ ਕਿਸੇ ਦੇ ਘਰ ਦੇ ਕੋਈ ਨਜ਼ਦੀਕ ਇਹੋ ਜਿਹਾ ਸ਼ਖਸ ਹੈ ਜੋ ਖਾਣਾ ਨਹੀਂ ਤਿਆਰ ਕਰ ਸਕਦਾ, ਅਸੀਂ ਉਸ ਦੇ ਘਰ ਤੱਕ ਆਪਣਾ ਟਿਫਨ ਜ਼ਰੂਰ ਪਹੁੰਚਦਾ ਕਰਾਂਗੇ। ਇਹ ਜੋ ਨੌਜਵਾਨ ਤੁਸੀਂ ਦੇਖ ਰਹੇ ਹੋ ਆਪਣੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਜਾ ਰਹੇ, ਟਿਫਨ ਲੱਦੇ ਹੋਏ ਨੇ, ਨਾਲ ਜਾਲੀਆਂ ਬਣਾ ਕੇ ਸਟੈਂਡ ਬਣਾ ਕੇ ਜਿਨ੍ਹਾਂ ਦੇ ਵਿੱਚ ਟਿਫਨ ਕੋਈ ਛਲਕੇ ਨਾ, ਬਹੁਤ ਵਧੀਆ ਸਾਫ਼ ਸੁਥਰੇ ਟਿਫਨ ਨੇ। ਔਰ ਇਹਨਾਂ ਦੇ ਨਾਲ ਵੀ ਤੁਹਾਡੀ ਆਪਾਂ ਗੱਲ ਕਰਾਉਂਦੇ ਹਾਂ, ਇਹਨਾਂ ਦੀ ਵੀ ਭਾਵਨਾ ਕਿੱਦਾਂ ਦੀ ਹੈ ਔਰ ਕਿੱਥੇ ਕਿੱਥੇ ਜਾਂਦੇ ਨੇ ਔਰ ਕਿੱਥੇ ਕਿੱਥੇ ਸਪਲਾਈ ਕਰਕੇ ਆਉਂਦੇ ਨੇ। ਤੇ ਆਪਾਂ ਜ਼ਰੂਰ ਇਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ। ਪਹਿਲਾਂ ਆਪਣਾ ਨਾਮ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਮੈਂ ਪਿੰਡ ਜਾਫਰਪੁਰ ਤੋਂ ਬਿਲੋਂਗ ਕਰਦਾ ਜੀ। ਇਹ ਸੇਵਾ ਭਾਵਨਾ ਕਿੱਦਾਂ ਸ਼ੁਰੂ ਹੋਈ? ਇਹ ਜੀ ਮੈਂ ਗੱਡੀਆਂ ਦਾ ਰਾਹੋਂ ਰੋਡ ਤੇ ਕੰਮ ਕਰਦਾ ਜੀ। ਮੇਰੇ ਕੋਲ ਸਰਦਾਰ ਅਮਰੀਕ ਸਿੰਘ ਜੀ ਗੱਡੀ ਠੀਕ ਕਰਾਉਂਦੇ ਹੁੰਦੇ ਸੀਗੇ, ਉਹਨਾਂ ਨੇ ਇਹ ਸੇਵਾ ਸ਼ੁਰੂ ਕੀਤੀ ਸੀਗੀ ਜੀ। ਮੈਂ ਉਹਨਾਂ ਨੂੰ ਇਸੇ ਕਿਹਾ ਸੀਗਾ ਜੀ ਮੈਨੂੰ ਵੀ ਐਜ਼ ਵਲੰਟੀਅਰ ਤੌਰ ਦੇ ਉੱਤੇ ਸੇਵਾ ਦੇ ਦਿਓ ਜੀ। ਤੇ ਅਸੀਂ ਵੀ ਹੁਣ ਘਰ ਘਰ ਜਾ ਕੇ ਉਹਨਾਂ ਜਿਹੜੇ ਬੇਸਹਾਰਾ ਬਜ਼ੁਰਗ ਵਾ ਜੀ, ਉਹਨਾਂ ਨੂੰ ਆਪਾਂ ਟਿਫਨ ਪਹੁੰਚਾਉਂਦੇ ਹਾਂ ਜੀ ਘਰ ਜਾ ਕੇ। ਕੀ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਕੰਮ ਕਰਕੇ? ਇਹ ਬਹੁਤ ਹੀ ਵਧੀਆ ਲੱਗਾ ਜੀ, ਦਿਲ ਨੂੰ ਸਕੂਨ ਮਿਲਦਾ। ਦੇਖੋ ਜੀ ਜਿਹੜੇ ਪਰਿਵਾਰ ਵਿਚਾਰੇ ਨਹੀਂ ਜਿਨ੍ਹਾਂ ਨੂੰ ਖਾਣਾ ਮਿਲ ਰਿਹਾ ਜੀ, ਉਹਨਾਂ ਨੂੰ ਜਦੋਂ ਆਪਾਂ ਰੋਟੀ ਪਹੁੰਚਾਈ ਦੀ ਉਹ ਬਹੁਤ ਹੀ ਖੁਸ਼ ਹੁੰਦੇ ਆ ਜੀ। ਬਹੁਤ ਉਹਨਾਂ ਦੀਆਂ ਦਿਲੋਂ ਸੀਸਾਂ ਨਿਕਲਦੀਆਂ, ਬਹੁਤ ਹੀ ਦਿਲ ਭਾਵਨਾ ਨਾਲ ਖੁਸ਼ ਹੁੰਦੀ, ਅੰਦਰ ਰੂਹ ਖੁਸ਼ ਹੁੰਦੀ। ਸਾਡੀ ਵੀ ਰੂਹ ਖੁਸ਼ ਹੁੰਦੀ ਹੈ ਜਦੋਂ ਅਸੀਂ ਜਾਈਦਾ ਉਹਨਾਂ ਲਈ ਟਿਫਨ ਲੈ ਕੇ ਤੋਂ ਸਵੇਰੇ ਸਵੇਰੇ। ਬਹੁਤ ਬਹੁਤ ਧੰਨਵਾਦ ਇਹਨਾਂ ਨੌਜਵਾਨਾਂ ਦਾ ਜਿਹੜੇ ਤੁਰੇ ਹੋਏ ਨੇ ਨੇਕ ਕੰਮ ਦੇ ਲਈ। ਤੁਸੀਂ ਜੁੜਦੇ ਰਹੋ ਇਸ ਸੰਸਥਾ ਦੇ ਨਾਲ। ਜੇ ਨਹੀਂ ਵੀ ਜੁੜ ਸਕਦੇ, ਤੁਸੀਂ ਕਿਸੇ ਹੋਰ ਜਰੀਏ ਮਾਨਵਤਾ ਦੀ ਸੇਵਾ, ਜਿੱਥੇ ਇਸ ਵੇਲੇ ਲੋਕਡਾਊਨ ਲੱਗਾ ਹੋਇਆ ਹੈ, ਪੂਰਾ ਦੇਸ਼ ਵਿਦੇਸ਼ ਇੱਕ ਕਾਇਨਾਤ ਦੇ ਵਿੱਚ ਖੜਾ ਆ, ਕਿਸੇ ਦੇ ਕੰਮ ਰੁਕ ਗਏ, ਕਿਸੇ ਦਾ ਸਮਾਨ ਨਹੀਂ ਵਿਕ ਰਿਹਾ, ਕਿਸੇ ਦੁਕਾਨਦਾਰ ਦਾ, ਜਾਂ ਕਿਸੇ ਬਜ਼ੁਰਗ ਤੱਕ ਕੋਈ ਖਾਣਾ ਨਹੀਂ ਪਹੁੰਚ ਰਿਹਾ। ਤੁਸੀਂ ਇਹੋ ਜਿਹੀਆਂ ਸੰਸਥਾ ਜ਼ਰੂਰ ਬਣਾਓ ਤਾਂ ਕਿ ਜਿਹੜੇ ਉਹ ਬੇਸਹਾਰਾ ਬਜ਼ੁਰਗ ਨੇ, ਹੈਂਡੀਕੈਪ ਨੇ, ਉਹਨਾਂ ਤੱਕ 2 ਟਾਈਮ ਦਾ ਖਾਣਾ ਜ਼ਰੂਰ ਪਹੁੰਚਦਾ ਰਹੇ। ਤੁਸੀਂ ਮੇਰੇ ਨਾਲ ਦੇਖਦੇ ਰਹੋ NKN TV, ਸਾਡੇ ਸਾਥੀ ਮਨਜਿੰਦਰ ਸਿੰਘ ਬੰਗਾ ਦੇ ਨਾਲ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 7009 80 70 83 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463।